ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਿਲਾਈ ਰਹਾਉ, ਏਕ ਕੁਟੰਬ ਸਭ ਜੀ ਕੇ ਬੰਧਨ ਭਾਈ। ਭਰਮ ਭੁਲਾ ਸੰਸਾਰਾ, ਬਿਨ ਗੁਰ ਬੰਧਨ ਟੂਟੈ ਨਾਹੀ। ਗੁਰਮੁਖ ਮੋਖ ਦੁਆਰਾ, ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ। ਮਰ ਜਨਮਹਿ ਬਾਰੋ ਬਾਰਾ, ਹਉ ਮੇਰਾ ਜਗ ਪਲਚ ਰਹਿਆ ਭਾਈ। ਕੋਇ ਨ ਕਿਸ ਹੀ ਕੇਰਾ, ਗੁਰਮੁਖ ਮਹਿਲ ਪਾਇਨ ਗੁਣ ਗਾਵਨ। ਨਿਜ ਘਰ ਹੋਏ ਬਸੇਰਾ, ਇੱਥੇ ਬੂਝੈ ਸੋ ਆਪ ਪਛਾਣੈ। ਹਰ ਪ੍ਰਭ ਹੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ। ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ। ਜੇਹਾ ਭਾਉ ਤੇਹਾ ਫਲ ਪਾਈਐ, ਨਾਨਕ ਨਾਮ ਬਸੈ ਮਨ ਅੰਤਰ। ਵਿੱਚੋਂ ਆਪ ਗਵਾਈਐ, ਨਾਨਕ ਨਾਮ ਬਸੈ ਮਨ ਅੰਤਰ। ਵਿੱਚੋਂ ਆਪ ਗਵਾਈਐ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਆਪਾਂ ਹੁਣੇ ਸ਼ਬਦ ਸਰਵਣ ਕੀਤਾ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 601 ਅੰਗ ਉੱਪਰ ਸੁਭਾਏਮਾਨ ਹੈ। ਸੋਰਠ ਮਹੱਲਾ ਤੀਜਾ, ਭਾਵ ਸੋਰਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਆਪਾਂ ਨੂੰ ਕੀ ਸਮਝਾ ਰਹੇ ਹਨ, ਆਓ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਸਾਡਾ ਸਵਾਲ ਆ ਸਿੱਖ ਬੱਚਿਆਂ ਦਾ, ਸਿੱਖਣ ਵਾਲਿਆਂ ਦਾ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕ ਸਿੱਖ ਕੀ ਹੁੰਦਾ, ਕੈਸੀ ਅਵਸਥਾ ਹੁੰਦੀ ਹੈ ਸਿੱਖ ਦੀ। ਸਿੱਖ ਦੀ ਅਵਸਥਾ ਆਤਮਿਕ ਬਹੁਤ ਉੱਚੀ ਹੁੰਦੀ ਹੈ, ਉਹ ਕੈਸੇ ਜੀਵਨ ਵਾਲਾ ਹੁੰਦਾ ਹੈ। ਸੋ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਸੋ ਸਿੱਖ, ਚਾਹੇ ਉਹ ਬੀਬੀ ਹੋਵੇ, ਭਾਈ ਹੋਵੇ, ਭੈਣ ਹੋਵੇ, ਬੱਚਾ ਹੋਵੇ, ਬਜ਼ੁਰਗ ਹੋਵੇ,
ਕੋਈ ਵੀ ਜਿਹੜਾ ਸਿੱਖਿਆ ਲੈ ਲੈਂਦਾ, ਜੋ ਗੁਰਬਾਣੀ ਲੜ ਲੱਗ ਜਾਂਦਾ, ਜੋ ਗੁਰੂ ਦੇ ਲੜ ਲੱਗ ਜਾਂਦਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਜੋ ਗੁਰੂ ਦਾ ਸਿੱਖ ਬਣਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਹੋ ਜਾਂਦਾ, ਸੋ ਸਿੱਖ ਸਖਾ ਬੰਦਪ ਹੈ ਭਾਈ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਬਣ ਜਾਂਦਾ, ਜੁੜ ਜਾਂਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਜੋ ਜੁੜ ਜਾਂਦਾ ਉਹ ਸਿੱਖ ਬਣ ਜਾਂਦਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹ ਭਾਈ ਸਿੱਖ ਕਿਹਾ ਜਾਂਦਾ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਵੇ, ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਵੇ, ਜਿਹੜਾ ਕੱਲੀ ਕੱਲੀ ਗੱਲ ਗੁਰੂ ਦੇ ਮੁਤਾਬਕ ਕਰੇ, ਗੁਰੂ ਦੀ ਮੱਤ ਲੈ ਲਵੇ, ਆਪਣੀ ਮੱਤ ਛੱਡ ਦੇਵੇ, ਉਹ ਸਿੱਖ ਹੁੰਦਾ ਭਾਈ। ਸੋ ਸਿੱਖ ਸਖਾ ਉਹ ਪਰਿਵਾਰ ਦਾ ਬੰਧਪ ਰਿਸ਼ਤੇਦਾਰ ਆ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿੱਖੀ ਪਰਿਵਾਰ ਦਾ, ਜੋ ਗੁਰੂ ਦੇ ਮੁਤਾਬਕ ਹੋ ਜਾਂਦਾ ਹੈ, ਜੋ ਗੁਰੂ ਦੀ ਸਿੱਖਿਆ ਲੈ ਕੇ ਉਹਦੇ ਮੁਤਾਬਕ ਚੱਲਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਉਹਨੂੰ ਸਿੱਖ ਕਿਹਾ ਜਾਂਦਾ ਭਾਈ। ਤੇ ਦੂਜੇ ਪਾਸੇ ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਹੁਣ ਬਾਹਰਲੇ ਕੱਪੜਿਆਂ ਦੀ ਗੱਲ ਨਹੀਂ ਚੱਲ ਰਹੀ, ਅੰਦਰਲੀ ਗੱਲ ਚੱਲ ਰਹੀ ਹੈ। ਜੋ ਤਾਂ ਗੁਰੂ ਦੇ ਮੁਤਾਬਕ ਚੱਲਦਾ ਉਹ ਤਾਂ ਗੁਰੂ ਦਾ ਸਿੱਖ ਕਹਾਉਂਦਾ, ਗੁਰੂ ਦੇ ਭਾਣੇ ਵਿੱਚ ਆ ਜਾਂਦਾ। ਤੇ ਜਿਹੜਾ ਆਪਣੀ ਮਰਜ਼ੀ ਮੁਤਾਬਕ ਚੱਲਦਾ, ਆਪਣੇ ਭਾਣੇ ਜੋ ਚੱਲੇ ਭਾਈ, ਕੱਪੜੇ ਚਾਹੇ ਜਿਹੋ ਜਿਹੇ ਮਰਜ਼ੀ ਪਾਏ ਆ, ਜੋ ਆਪਣੀ ਮਰਜ਼ੀ ਮੁਤਾਬਕ ਚੱਲਦਾ, ਗੁਰੂ ਦੀ ਮੱਤ ਮੁਤਾਬਕ ਨਹੀਂ ਚੱਲਦਾ, ਉਹ ਭਾਈ ਰੱਬ ਤੋਂ ਪਰਮਾਤਮਾ ਤੋਂ ਵਿਛੜਿਆ ਸਮਝੋ, ਉਹ ਗੁਰੂ ਤੋਂ ਵੀ ਵਿਛੜਿਆ ਸਮਝੋ, ਗੁਰੂ ਤੋਂ ਵੀ ਟੁੱਟਿਆ ਸਮਝੋ ਭਾਈ। ਜਿਹੜਾ ਗੁਰੂ ਦੇ ਅਨੁਸਾਰੀ ਨਹੀਂ ਹੋਇਆ, ਜਿਹੜਾ ਅੰਦਰੋਂ ਗੁਰੂ ਦੇ ਮੁਤਾਬਕ ਨਹੀਂ ਚੱਲਿਆ। ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਬਿਨਾਂ ਸੱਚੇ ਗਿਆਨ ਤੋਂ, ਬਿਨਾਂ ਸਤਿਗੁਰੂ ਦੇ ਨਾਲ ਜੁੜੇ ਤੋਂ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਕਦੇ ਨਾ ਪਾਵੈ ਭਾਈ, ਕਦੇ ਨਹੀਂ ਮਨੁੱਖ ਆਤਮਿਕ ਸੁਖ ਦੀ ਪ੍ਰਾਪਤੀ ਕਰ ਸਕਦਾ। ਫਿਰ ਪਛੋਤਾਵੈ। ਗੁਰੂ ਦੇ ਗਿਆਨ ਤੋਂ ਬਿਨਾਂ ਜੋ ਵੀ ਮਨੁੱਖ ਕਰਮਕਾਂਡ ਕਰਦਾ ਉਹ ਕਰੀ ਜਾਂਦਾ, ਪਛਤਾਈ ਜਾਂਦਾ, ਫਿਰ ਹੋਰ ਬਦਲ ਲੈਂਦਾ, ਹੋਰ ਪਛਤਾਵਾ, ਉਹ ਸੱਚ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ, ਆਪਣੀਆਂ ਟੱਕਰਾਂ ਮਾਰਦਾ। ਜਿਵੇਂ ਕਹਿ ਲਓ, ਇੱਕ ਤਾਂ ਗੁਰੂ ਦੇ ਮੁਤਾਬਕ ਆ। ਜਿਵੇਂ ਆਪਾਂ ਛੋਟੀ ਜਿਹੀ ਉਦਾਹਰਨ ਲੈ ਲਈਏ ਗੁਰਮੁਖ ਪਿਆਰਿਓ, ਇੱਕ ਬੱਚਾ ਸਾਈਕਲ ਦੀ ਚੈਨ ਚੜਾ ਰਿਹਾ, ਉਹਨੂੰ ਪਤਾ ਨਹੀਂ ਲੱਗ ਰਿਹਾ, ਹੱਥ ਵੀ ਉਹਦੇ ਕਾਲੇ ਹੋ ਗਏ, ਮੂੰਹ ਵੀ ਕਾਲਾ ਹੋ ਗਿਆ। ਕੁਰਸੀ ਤੇ ਬੈਠਾ ਸਿਆਣਾ ਬੰਦਾ ਇੱਕ ਬੈਠਾ ਦੇਖੀ ਜਾਂਦਾ। ਬੱਚੇ ਨੇ ਆਪਦੀਆਂ ਟੱਕਰਾਂ ਮਾਰ ਲਈਆਂ, ਮੂੰਹ ਸਿਰ ਕਾਲਾ ਕਰਾ ਲਿਆ, ਕੱਪੜੇ ਖਰਾਬ ਕਰ ਲਏ, ਪਰ ਚੈਨ ਨਹੀਂ ਚੜ੍ਹੀ। ਕੋਲੇ ਬੈਠਾ ਸਿਆਣਾ ਬੰਦਾ, ਉਹ ਕਹਿੰਦਾ ਪਾਪਾ ਜੀ ਜਾਂ ਗੁਰੂ ਜੀ, ਬਾਈ ਜੀ, ਕੁਛ ਵੀ, ਬਈ ਮੇਰੇ ਤੋਂ ਆ ਚੈਨ ਨਹੀਂ ਚੜ੍ਹੀ। ਤਾਂ ਉਹ ਕੀ ਕਹਿੰਦਾ, ਐਂ ਕਰ ਲੈ ਮੈਂ ਤੈਨੂੰ ਦੱਸਦਾ। ਹੱਥ ਨਹੀਂ ਲਾਇਆ ਉਹਨੇ, ਉਹਨੂੰ ਦੱਸਦਾ, ਕਹਿੰਦਾ ਪਹਿਲਾਂ ਵੱਡੀ ਗਰਾਰੀ ਤੋਂ ਅੱਧੀ ਚੈਨ ਲਾ ਲਾ, ਪਿਛਲੀ ਛੋਟੀ ਗਰਾਰੀ ਤੇ ਚੜਾ ਲਾ, ਤੇ ਮਗਰੋਂ ਪੈਡਲ ਮਾਰਦੀ, ਤੇ ਚੈਨ ਚੜ੍ਹ ਗਈ। ਹੁਣ ਉਹ ਦੱਸੇ ਦੇ ਮੁਤਾਬਕ ਤਾਂ ਮਿੰਟ 'ਚ ਚੈਨ ਚੜ੍ਹ ਗਈ, ਨਹੀਂ ਤਾਂ ਫਿਰ ਟੱਕਰਾਂ ਮਾਰਦਾ ਸੀ। ਇਸੇ ਤਰ੍ਹਾਂ ਰੱਬ ਦੀ ਪ੍ਰਾਪਤੀ ਅੰਦਰੋਂ ਹੋਣੀ ਹੈ। ਨਿਰੰਕਾਰ ਦੀ ਜੋਤ ਸਾਡੇ ਅੰਦਰ ਆ। ਗੁਰੂ ਦੇ ਗਿਆਨ ਤੋਂ ਬਿਨਾਂ ਅਸੀਂ ਰੱਬ ਦੀ ਪ੍ਰਾਪਤੀ ਵਾਸਤੇ ਟੱਕਰਾਂ ਮਾਰਦੇ ਹਾਂ, ਤੇ ਗੁਰੂ ਦੇ ਦੱਸੇ ਮੁਤਾਬਕ ਚੱਲ ਕੇ ਸਾਡੀ ਚੈਨ ਚੜ੍ਹ ਸਕਦੀ ਹੈ, ਭਾਵ ਅਸੀਂ ਅੰਦਰੋਂ ਸਬਰ ਸਕਦੇ ਹਾਂ। ਤੇ ਨਹੀਂ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਬਿਨਾਂ ਸਤਿਗੁਰੂ ਤੋਂ ਬਾਰੇ-ਬਾਰ ਜਿੰਨਾ ਮਰਜੀ ਬੰਦਾ ਦੁਨੀਆ 'ਚ ਵੱਡਾ ਬਣ ਜਾਵੇ, ਕਿਹੋ ਜਿਹਾ ਬਣ ਜਾਵੇ, ਪਰ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹਨੂੰ ਪਛਤਾਵਾ ਹੀ ਰਹੂਗਾ, ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ। ਤੇ ਜਿਹੜੇ ਇਸ ਦੁਨੀਆ ਦੇ ਵਿੱਚੋਂ ਪ੍ਰਮਾਤਮਾ ਵੱਲ ਨੂੰ ਚੱਲ ਪੈਂਦੇ ਆ, ਗੁਰੂ ਲੜ ਲੱਗਦੇ ਆ, ਗੁਰੂ ਕੀ ਕਰਦੇ ਆ, ਗੁਰੂ ਸਾਨੂੰ ਸਵਾਰ ਕੇ ਪ੍ਰਮਾਤਮਾ ਵੱਲ ਨੂੰ ਤੋਰ ਦਿੰਦੇ ਆ, ਉਹ ਸੁਹੇਲੇ ਆ ਭਾਈ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਆਪੇ ਮੇਲ ਮਲਾਈ ਰਹਾਓ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ। जन्म जन्म की इस मन को मल लागी, काला होआ स्या, खनली धोती उजली ना हो बई, जे 100 धोवन पा। ये माना जेड़ा ये खनली धोती केड़ी, कोल्लू दी जेड़ी जिहदे नाल तेल साफ करदे आ ना कोल्लू वाले वीर,
ਉਹ ਜਿਹੜੀ ਤੁੰਦ ਮੈਲ ਬੜੀ ਪਈ ਆ ਉਹ ਬਣੀ ਪਈ ਆ ਇਹ ਮਨ ਦੀ। ਇਹ ਮਨ ਨੇ ਇਹ ਜਿਹੜਾ ਹੈ ਮਾੜੀਆਂ ਮੋਟੀਆਂ ਗੱਲਾਂ ਨਾਲ ਸਾਫ਼ ਨਹੀਂ ਹੋਣਾ। ਜਨਮ ਜਨਮ ਦੀ ਮੈਲ ਲੱਗੀ ਹੋਈ ਆ, ਉਹ ਵੀ ਵੱਡੇ ਵੱਡੇ ਦੁੱਖ, ਕਿੱਲ ਵਿਖ, ਵੱਡੇ ਵੱਡੇ ਦੁੱਖ। ਇੱਕੋ ਹੀ ਤਰੀਕਾ, ਜੇ ਕਿਤੇ ਗੁਰੂ ਕੋਲ ਬੈਠ ਕੇ ਪੁਰਾਣੀ ਜ਼ਿੰਦਗੀ ਤੋਂ ਤੋਬਾ ਕਰਕੇ, ਖਤਮ ਕਰਕੇ ਪੁਰਾਣੀ ਜ਼ਿੰਦਗੀ ਨਵਾਂ ਜੀਵਨ ਸ਼ੁਰੂ ਕਰ ਲਈਏ, ਜਿਹਨੂੰ ਕਿਹਾ ਜਾਂਦਾ ਸਤਿਗੁਰੂ ਕੇ ਜਨਮੈ ਗਬਨ ਮਟਾਇਆ। ਆਹੀ ਤਰੀਕਾ ਭਾਈ ਦੁੱਖ ਕੱਟਣ ਦਾ। ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਲਾਈ ਰਹਾਓ। ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਇਹ ਹੈ, ਮਨੁੱਖ ਗੁਰੂ ਨਾਲ ਜੁੜਦਾ, ਤੇ ਜਦੋਂ ਗੁਰੂ ਨਾਲ ਜੁੜਦਾ ਹੌਲੀ ਹੌਲੀ ਸਬਰਦਾ ਪਰਮਾਤਮਾ ਨਾਲ ਜਿਹੜਾ ਜੁੜ ਜਾਂਦਾ। ਆਪੇ ਹੀ ਉਹ ਕਿਰਪਾ ਕਰਕੇ, ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਆ, ਉਹ ਇਹ ਤਰੀਕਾ ਵਰਤ ਲੈਂਦੇ ਆ। ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ ਗੁਰੂ ਨਾਲ ਜੁੜਨਾ। ਤੇ ਫਿਰ ਜਦੋਂ ਮਿਹਨਤ ਕਰਦੇ ਆ ਤਿੰਨ ਖੰਡਾਂ ਦੇ ਵਿੱਚ, ਉਹ ਧਿਆਨ ਰੱਖਿਓ ਕਿ ਮਿਹਨਤ ਮੇਰੀ ਆ। ਮਿਹਨਤ ਵੀ ਨਹੀਂ ਇਕੱਲੀ ਕੁਛ ਕਰ ਸਕਦੀ, ਤੇ ਰਹਿਮਤ ਵੀ ਜ਼ਰੂਰੀ ਹੈ। ਤਿੰਨ ਖੰਡਾਂ ਵਿੱਚ ਦੀ ਸੁਰਤ ਅਸੀਂ ਮਿਹਨਤ ਆਪ ਕਰਨੀ ਹੈ। ਤਾਂ ਅਸੀਂ ਧਰਮ ਖੰਡ ਦੇ ਵਿੱਚ ਖੁਦ ਪਹੁੰਚਣਾ, ਸਮਝਣਾ ਧਰਮ ਨੂੰ, ਗਿਆਨ ਖੰਡ ਦੇ ਗਿਆਨ ਪ੍ਰਾਪਤ ਕਰਨਾ, ਫਿਰ ਸ਼ਰਮ ਖੰਡ ਗਿਆਨ ਦੇ ਮੁਤਾਬਕ ਆਪਣੀ ਘਾੜਤ ਕੱਢਣੀ ਹੈ, ਫਿਰ ਸ਼ਰਮ ਖੰਡ ਵਾਪਰਨਾ, ਕਿਰਪਾ ਦੇ ਪਾਤਰ ਬਣ ਜਾਣਾ, ਆਪੇ ਮੇਲ ਮਲਾਈ। ਇਹ ਸਾਰਾ ਪ੍ਰੋਸੈਸ ਮਨੁੱਖ ਦੇ ਵੱਸ ਦਾ ਰੋਗ ਨਹੀਂ। ਜਦੋਂ ਮਨੁੱਖ ਆਪਣੇ ਆਪ ਨੂੰ ਸੁੱਟ ਦਿੰਦਾ, ਅਬ ਹਮ ਚੱਲੀ ਠਾਕਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਜਦੋਂ ਗੁਰੂ ਦੇ ਅੱਗੇ ਮਨੁੱਖ ਆਪਣੇ ਆਪ ਨੂੰ ਸੁੱਟ ਦਿੰਦਾ, ਗੁਰੂ ਸਵਾਰ ਕੇ ਮੇਲ ਮਿਲਾ ਦਿੰਦਾ ਪਰਮਾਤਮਾ ਨਾਲ। ਰਹਾਓ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਇਹ ਕੁਟੰਬ ਜਿਹੜਾ ਮਨ, ਹੁਣ ਮੇਰਾ ਪਹਿਲਾਂ ਤਾਂ ਮਨ ਦੇ ਇੰਦਰੀਆਂ ਤੇ ਗਿਆਨ ਇੰਦਰੀ, ਇਹਦਾ ਵੱਖਰਾ ਪਰਿਵਾਰ ਆ ਇੱਕ, ਇਹ ਕੁਟੰਬ ਪਿਆ ਹੋਇਆ। ਇਹ ਆਰ ਪਰਿਵਾਰ, ਇਹ ਭਾਈ ਜੀ ਨੂੰ ਬੰਧਨ ਪਏ ਹੋਏ ਆ। ਜਿਹੜੇ ਪਰਿਵਾਰ 'ਚ ਫਸਿਆ ਬੈਠਾ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ, ਇਹ ਇੱਕ ਤਾਂ ਇਹ ਦੁਸ਼ਟ ਚੌਂਕੜੀ ਹੈ। ਇੱਕ ਆ ਦਇਆ ਧਰਮ ਸੰਤੋਖ ਪਰਉਪਕਾਰ। ਮੇਰਾ ਮਨ ਇਸ ਜੁੰਡੜੀ ਨੂੰ ਛੱਡ ਬੈਠਾ, ਚੰਗੇ ਸ਼ੁਭ ਗੁਣਾਂ ਦੀ ਜੁੰਡੜੀ ਨੂੰ ਛੱਡ ਬੈਠਾ, ਔਗਣਾਂ ਦੀ ਜੁੰਡੜੀ ਦੇ ਵਿੱਚ ਫਸ ਗਿਆ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਹੁਣ ਇਹ ਸਾਰਾ ਸੰਸਾਰ ਇਹਨਾਂ ਭਰਮਾਂ ਭੁਲੇਖਿਆਂ ਦੇ ਵਿੱਚ ਭੁੱਲਿਆ ਹੋਇਆ, ਸਾਰਾ ਸੰਸਾਰ। ਇਹਦੇ ਚੋਂ ਨਿਕਲਣਾ ਕਿਵੇਂ ਆ? ਗੁਰੂ ਲੜ ਲੱਗ ਕੇ। ਜਿਵੇਂ ਪਹਿਲਾਂ ਆਪਾਂ ਸਮਝਦੇ ਹੁੰਦੇ ਆ ਵੀ ਇੱਕ ਜਨਮ ਤਾਂ ਮਾਤਾ ਦੇ ਗਰਭ ਚੋਂ ਲੈ ਲਿਆ, ਫਿਰ ਆ ਗਏ ਅਸੀਂ ਉਦੋਂ ਬਾਅਦ ਮਾਇਆ ਦੇ ਗਰਭ 'ਚ, ਤਿੰਨਾਂ ਗੁਣਾਂ ਦੀ ਮਾਇਆ, ਇੱਥੇ ਮਾਇਆ ਦਾ ਗਰਭ ਆ। ਇਹ ਮਾਇਆ ਦੇ ਗਰਭ ਦੇ ਵਿੱਚੋਂ ਵੀ ਜਨਮ ਲੈਣਾ ਅੱਗੇ ਜਿਹੜਾ ਹੈ, ਇਹ ਸਾਰੇ ਬੰਧਨਾਂ ਨੂੰ ਤੋੜ ਦੇਣਾ। ਇੱਥੇ ਸਾਰੇ ਜੀ ਨੂੰ ਬੰਧਨ ਪਏ ਹੋਏ ਆ, ਭਰਮਾਂ ਭੁਲੇਖਿਆਂ ਦੇ ਵਿੱਚ ਸਾਰਾ ਸੰਸਾਰ ਪਿਆ ਹੋਇਆ ਜੀ। ਤੇ ਮੈਂ ਵੀ ਸੰਸਾਰ ਦੇ ਵਿੱਚ ਹੀ ਆ, ਮੈਂ ਵੀ ਭਰਮਾਂ ਭੁਲੇਖਿਆਂ ਦੇ ਵਿੱਚ ਪਿਆ ਹੋਇਆ। ਤੇ ਹੁਣ ਇਹ ਮੇਰੇ ਭਰਮ ਭੁਲੇਖੇ ਦੇ ਬੰਧਨ ਟੁੱਟ ਜਾਣ, ਇਹ ਮੈਨੂੰ ਸਿੱਖਿਆ ਦਿਓ ਜੀ। ਗੁਰੂ ਪਿਤਾ ਜੀ ਸਮਝਾ ਰਹੇ ਹਨ, ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਬਿਨਾ ਗੁਰੂ ਨਾਲ ਜੁੜੇ ਤੋਂ, ਗੁਰੂ ਦੀ ਸਿੱਖਿਆ ਲਏ ਤੋਂ, ਬਿਨਾ ਗਿਆਨ ਤੋਂ, ਬਿਨਾ ਆਤਮਿਕ ਗਿਆਨ ਤੋਂ ਇਹ ਬੰਧਨ ਟੂਟੈ ਨਾਹੀ। ਨਾ ਤਾਂ ਬਿਨਾ ਗਿਆਨ ਲਏ ਤੋਂ ਮਨ ਦਿਸਣਾ ਗੁਰਮੁਖ ਪਿਆਰਿਓ, ਤੇ ਨਾ ਮਨ ਨੂੰ ਪਏ ਹੋਏ ਬੰਧਨ ਦਿਸਣੇ ਆ, ਤੇ ਨਾ ਇਹ ਮਾਇਆ ਦਾ ਗਰਭ ਦਿਸਣਾ। ਇਹ ਸਾਰਾ ਕੁਝ ਗੁਪਤ ਆ, ਇਹ ਗਿਆਨ ਦੇ ਨਾਲ ਹੀ ਦਿਸਣਾ। ਜਦੋਂ ਅਸੀਂ ਇੱਧਰ ਨੂੰ ਚੱਲੇ ਹੀ ਨਾ, ਤੇ ਫਿਰ ਇਹ ਬੰਧਨ ਨਹੀਂ ਟੁੱਟ ਸਕਦੇ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਜਿਹੜੇ ਗੁਰੂ ਦੀ ਸਿੱਖਿਆ ਲੈ ਲੈਂਦੇ ਆ, ਗੁਰੂ ਵੱਲ ਨੂੰ ਮੁੱਖ ਕਰਨਾ, ਭਾਵ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲਣਾ, ਉਹ ਮੋਖ ਦੁਆਰਾ, ਉਹ ਮੁਕਤੀ ਦਾ ਦੁਆਰਾ ਪ੍ਰਾਪਤ ਕਰ ਲੈਂਦੇ ਆ। ਕਦੋਂ? ਜਿਉਂਦੇ ਹੀ। ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮਨ ਨੂੰ ਬੰਧਨ ਪਏ ਹੋਏ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਸਾੜਾ, ਇਹ ਸਾਰੇ ਬੰਧਨ ਆ ਸਾਨੂੰ ਪਏ ਹੋਏ। ਤੇ ਗੁਰੂ ਦੇ ਗਿਆਨ ਨਾਲ ਇਹ ਟੁੱਟ ਸਕਦੇ ਆ। ਜਿਹੜੇ ਗੁਰਮੁਖ ਬਣ ਜਾਂਦੇ ਆ, ਉਹ ਮੁਕਤੀ ਦੇ ਦੁਆਰ ਤੱਕ ਪਹੁੰਚ ਜਾਂਦੇ ਹਨ ਜੀ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ, ਮਰ ਜਨਮਹਿ ਬਾਰੋ ਬਾਰਾ। ਜਿਹੜੇ ਤਾਂ ਦੇਖੋ, ਪਰ ਧਰਮ ਦੇ ਕਰਮ 'ਚ ਪਹਿਲਾਂ ਤਾਂ ਕਰਮਾਂ ਨਾਲ ਲੱਗਦੇ ਆ ਲੋਕ। ਪਹਿਲੀ ਗੱਲ ਤਾਂ ਇਹ ਆ ਬਈ ਹੋਰ ਕੰਮਾਂ 'ਚੋਂ ਹੀ ਨਹੀਂ ਸਾਡਾ ਧਿਆਨ ਟੁੱਟਦਾ। ਮਸਾਂ ਕੋਈ ਰੱਬ ਦੀ ਕਿਰਪਾ ਨਾਲ ਇੱਧਰਲੇ ਪਾਸੇ ਨੂੰ ਚੱਲਦਾ, ਤੇ ਇੱਧਰਲੇ ਪਾਸੇ ਆ ਕੇ ਵੀ ਫਿਰ ਲੁੱਟਿਆ ਜਾਂਦਾ ਮਨੁੱਖ। ਸਭ ਤੋਂ ਵੱਡੀ ਗੱਲ ਤਾਂ ਇਹ ਆ,
ਪਹਿਲਾਂ ਤਾਂ ਲੱਗਦਾ ਜਿੰਨਾ ਚਿਰ ਅਸੀਂ ਨਹੀਂ ਧਾਰਮਿਕ ਬਣਦੇ ਵੀ ਧਰਮੀ ਬੰਦੇ ਬਹੁਤ ਵਧੀਆ, ਪਰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਵੀ ਦੋ ਆ, ਮਨਮੁਖ ਤੇ ਗੁਰਮੁਖ। ਇੱਕ ਗੁਰੂ ਲੜ ਲੱਗ ਗਏ, ਉਹ ਤਾਂ ਮੁਕਤੀ ਦੇ ਦੁਆਰੇ ਤੇ ਪਹੁੰਚ ਗਏ, ਤੇ ਦੂਜੇ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ। ਕਰਮ ਕਾਂਡ ਧਰਮ ਦੇ ਵਾਸਤੇ ਕਰਦੇ ਤਾਂ ਬਹੁਤ ਆ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝ ਗਏ ਤੇ ਅਕਲੀ ਕੀਚੈ ਦਾਨ। ਅਕਲ ਕਿੱਥੋਂ ਮਿਲਦੀ ਹੈ? ਗੁਰੂ ਤੋਂ। ਗੁਰੂ ਤੋਂ ਅਕਲ ਨਹੀਂ ਲੈਂਦੇ, ਬੇਅਕਲੀ 'ਚ ਬਹੁਤ ਕੁਝ ਕਰੀ ਜਾਂਦੇ ਆ। ਤੇ ਉਹ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਗੁਰੂ ਦੇ ਸ਼ਬਦ ਦੀ ਪਛਾਣ ਨਹੀਂ ਕਰਦੇ। ਭਾਵ ਆ ਟੌਪ ਦਾ ਜਿਹੜਾ ਕੰਮ ਆ, ਜਿਵੇਂ ਆਪਾਂ ਪਹਿਲਾਂ ਸਮਝਦੇ ਹੁੰਦੇ ਆ ਵੀ ਬੱਚਿਆਂ ਨੇ ਸਾਰਾ ਕੁਝ ਕਰਨਾ ਸਕੂਲ ਦੇ ਵਿੱਚ, ਜ਼ਰੂਰੀ ਹੈ ਸਫਾਈ ਕਰਨੀ ਵੀ, ਸਾਰਾ ਕੁਝ ਕਰਨਾ, ਤੇ ਪਰ ਅਖੀਰ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਜਿਹੜਾ ਟੀਚਰ ਦਾ ਗਿਆਨ ਸੁਣਨਾ। ਸਾਡੇ ਵਾਸਤੇ ਵੀ ਇਹੀ ਹੈ। ਬਾਹਰਲੇ ਕੰਮ ਤਾਂ ਮਨੁੱਖ ਬਹੁਤ ਕਰੀ ਜਾਂਦੇ ਆ, ਪਰ ਆ ਅੰਦਰਲਾ ਕੰਮ ਆ ਜਿਹੜਾ ਗਿਆਨ ਲੈਣ ਦਾ, ਇਹ ਔਖਾ ਕੰਮ ਆ। ਇਹ ਨਹੀਂ ਮਹਾਰਾਜ ਕਹਿੰਦੇ ਕਰਦੇ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਬਾਰੋ ਬਾਰਾ। ਤੇ ਇਸ ਕਰਕੇ ਫਿਰ ਉੱਤੋਂ ਤਾਂ ਧਰਮੀ ਬਣ ਗਏ। ਭਾਵ ਅੰਦਰ ਕੀ ਹੋਈ ਜਾਂਦਾ? ਅੰਦਰ ਜਨਮ ਮਰਨ ਹੋਈ ਜਾਂਦਾ। ਅੰਦਰਲਾ ਜਨਮ ਮਰਨ ਟੁੱਟਿਆ ਨਹੀਂ, ਉਹ ਜਨਮ ਮਰਨ ਖਤਮ ਨਹੀਂ ਹੋਇਆ, ਇਹ ਤਾਂ ਅੰਦਰੋਂ ਖਤਮ ਹੋਣਾ ਸੀ ਨਾ। ਇਹ ਬਾਰ-ਬਾਰ ਹੋਈ ਜਾਂਦਾ। ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚੌਰੇ ਕੁੰਟਾ ਭਾਲੇ। ਕਿਉਂਕਿ ਜੋ ਮੰਦਰ ਕੋ ਥੰਮੈ ਥੰਮਨ, ਗੁਰ ਕਾ ਸ਼ਬਦ ਮਨ ਹੈ ਸੁਥੰਮਨ। ਮਨ ਨੂੰ ਥੰਮੀ ਨਹੀਂ ਲੱਗੀ, ਮਨ ਨੂੰ ਡੋਬ ਪੈਂਦੇ ਆ, ਮਨ ਨੂੰ ਹੌਲ ਪੈਂਦੇ ਆ। ਜਦੋਂ ਦੇਖੋ ਜਿਹੜੇ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ, ਉਹਨੂੰ ਜਦੋਂ ਸਕੂਲ ਖੁੱਲ੍ਹਦਾ ਪਤਾ ਲੱਗਣਾ ਉਹਦੇ ਹੌਲ ਪੈਣੇ ਆ। ਜਿਹੜੇ ਬੱਚੇ ਨੇ ਕੰਮ ਕੀਤਾ ਉਹਨੂੰ ਕੋਈ ਹੈ ਹੀ ਨਹੀਂ, ਉਹਨੂੰ ਆਨੰਦ ਆ, ਖੁੱਲ੍ਹ ਜੇ ਭਾਈ ਕੱਲ੍ਹ ਨੂੰ ਖੁੱਲ੍ਹਦੇ ਅੱਜ। ਤੇ ਜਿਹੜੇ ਬੰਦੇ ਨੇ ਆਪਦਾ ਆਤਮਿਕ ਕਾਰਜ ਕਰ ਲਿਆ, ਉਹਨੂੰ ਮੌਤ ਦਾ ਬਾਹਰਲੀ ਦਾ ਡਰ ਨਹੀਂ, ਤੇ ਨਹੀਂ ਤਾਂ ਭਾਈ ਹੌਲ ਪੈਂਦੇ ਆ। ਜਨਮ ਮਰਨ ਅੰਦਰੋਂ ਪਹਿਲਾਂ ਹੋਈ ਜਾਂਦਾ, ਫਿਰ ਜਿਹੜਾ ਸਥੂਲ ਆ, ਜਿਹੜਾ 84 ਦੇ ਗੇੜ 'ਚੋਂ ਭਾਵ ਉੱਤੋਂ ਭਾਵ ਸਾਰਾ ਕੀ ਬਣ ਗਿਆ ਕਿ ਕਰਮ ਕਾਂਡ ਕਰਨ ਦੇ ਨਾਲ ਚਿੱਤ ਰਾਜੀ ਤਾਂ ਹੋ ਜਾਂਦਾ, ਪਰ ਅੰਦਰੋਂ ਜਨਮ ਮਰਨ ਖਤਮ ਨਹੀਂ ਹੁੰਦਾ ਭਾਈ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸ ਹੀ ਕੇਰਾ। ਹਉਮੈ ਤੇ ਉਲਟਾ ਕੀ ਹੁੰਦਾ? ਜੇ ਤਾਂ ਗੁਰੂ ਨਾਲ ਜੁੜ ਗਏ ਫਿਰ ਤਾਂ ਕੀ ਆ, ਹਉਮੈ ਨਿਕਲ ਜਾਣੀ ਹੈ, ਹਉਮੈ ਖਤਮ ਹੋ ਜਾਣੀ ਹੈ। ਤੇ ਨਹੀਂ, ਜੇ ਉੱਤੋਂ ਰਹਿ ਗਏ, ਜੇ ਕਰਮਕਾਂਡੀ ਰਹਿ ਗਏ, ਫਿਰ ਕੀ ਹੈ? ਹਉ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਹਉ ਮੈਂ ਮੇਰਾ, ਮੈਂ ਮੇਰੀ 'ਚ ਫਸ ਜਾਂਦਾ। ਜਗ ਪਲਚ ਰਹਿਆ ਭਾਈ, ਇਹ ਸਾਰਾ ਜਗ ਭਾਈ ਐ ਮੈਂ ਮੇਰੀ 'ਚ ਪਲਚਿਆ ਹੋਇਆ। ਕੋਈ ਨਾ ਕਿਸ ਹੀ ਕੇਰਾ, ਕੋਈ ਕਿਸੇ ਵਰਗਾ ਨਹੀਂ ਹੈ। ਸਭ ਆਪਣੇ ਆਪ ਨੂੰ ਕਹਿੰਦੇ ਆ ਮੈਂ ਵਧੀਆ, ਮੈਂ ਵਧੀਆ, ਮੈਂ ਠੀਕ ਹਾਂ। ਜੇ ਗੁਰੂ ਨਾਲ ਜੁੜ ਜਾਈਏ ਫਿਰ ਅਸੀਂ ਸਾਰੇ ਇੱਕੋ ਜਿਹੇ ਬਣ ਸਕਦੇ ਹਾਂ, ਇੱਕੋ ਹੀ ਮੱਤ ਹੋ ਸਕਦੀ ਹੈ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਜਿਹੜੇ ਗੁਰਮੁਖ ਆ, ਜਿਹੜੇ ਗੁਰੂ ਲੜ ਲੱਗ ਜਾਂਦੇ ਆ, ਮਹਿਲ ਪਾਇਨ, ਉਹ ਆਤਮਿਕ ਮਹਿਲ ਦੀ ਪ੍ਰਾਪਤੀ ਕਰ ਲੈਂਦੇ ਆ, ਜਿੱਥੇ ਰੱਬ ਜੀ ਰਹਿੰਦੇ ਆ, ਜਿੱਥੇ ਪ੍ਰਮਾਤਮਾ ਰਹਿੰਦੇ ਆ, ਜਿੱਥੇ ਸ਼ੁਭ ਗੁਣ ਆ, ਉਹ ਉਸ ਦਰਵਾਜ਼ੇ ਤੱਕ ਪਹੁੰਚ ਜਾਂਦੇ ਆ। ਗੁਣ ਗਾਵਨ, ਗੁਣ ਪ੍ਰਮਾਤਮਾ ਦੇ ਗਾਉਂਦੇ ਗਾਉਂਦੇ ਨਿਜ ਘਰ ਹੋਏ ਬਸੇਰਾ। ਉਹਨਾਂ ਮਨਾਂ ਦਾ ਆਪਣੇ ਹਿਰਦੇ ਘਰ ਵਿੱਚ ਬਸੇਰਾ ਹੋ ਜਾਂਦਾ। ਉਹ ਬਾਹਰਲੀ ਭਟਕਣਾ ਤੋਂ ਮੁੱਕ ਜਾਂਦੇ ਆ, ਛੁੱਟ ਜਾਂਦੇ ਆ, ਤੇ ਆਪਣੇ ਅੰਦਰ ਨੂੰ ਚਲੇ ਜਾਂਦੇ ਆ। ਇੱਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਇੱਥੇ ਬੂਝੈ, ਆ ਹੁਣ ਸਮਾਂ ਸਾਡਾ ਭਾਈ, ਜਦੋਂ ਕੰਨਾਂ ਨੇ ਸੁਣਨੋਂ ਹਟ ਗਿਆ, ਅੱਖਾਂ ਤੋਂ ਦਿਖਣੋਂ ਹਟ ਗਿਆ, ਫੇਰ ਨਹੀਂ ਟੱਕਰਾਂ ਮਾਰਨ ਦਾ ਫਾਇਦਾ। ਹੁਣ ਆ ਜੀਵਨ ਆਪਣਾ ਸਵਾਰਨ ਦਾ ਸਾਡੇ ਹੱਥ ਆ, ਸਾਡੇ ਹੱਥ ਦੇ ਵਿੱਚ ਆ। ਅਸੀਂ ਵੇਸਲੇ ਹੋਏ ਆ ਇੱਧਰਲੇ ਪਾਸਿਓਂ, ਗੁਰਮੁਖ ਪਿਆਰਿਓ, ਭੁੱਲੇ ਹੋਏ ਆ, ਮਾਇਆ ਨੇ ਚੱਕਰ ਪਾਇਆ ਹੋਇਆ। ਜੇ ਕਿਤੇ ਆ ਹੁਣ ਸਮਾਂ ਜਿਹੜਾ ਪ੍ਰੈਜੈਂਟ ਆ ਇਹ ਸਵਾਰ ਲਈਏ ਤਾਂ ਭਵਿੱਖ ਤਾਂ ਆਪੇ ਹੀ ਸਵਰ ਜਾਣਾ। ਜੇ ਜਿਉਂਦੇ ਹੀ ਅਸੀਂ ਮੰਨ ਲਓ ਜਨਮ ਮਰਨ ਕੱਟ ਲਿਆ, ਇੱਕ ਸਿੱਖ ਨੇ ਉੱਚੀ ਅਵਸਥਾ ਤੱਕ ਪਹੁੰਚ ਗਿਆ, ਜੇ ਉਹਨੂੰ ਕਹੂ ਵੀ ਤੂੰ ਆਹ ਬਣੇਗਾ, ਤੂੰ ਉਹ ਬਣੇਗਾ, ਫਿਰ ਉਹ ਕੀ ਮੰਨ ਜੂਗਾ? ਨਾ, ਉਹ ਕਿਸੇ ਕਰਮਕਾਂਡ 'ਚ ਨਹੀਂ ਪੈਂਦਾ। ਉਹ ਕਹਿੰਦਾ ਮੈਨੂੰ ਪਤਾ ਮੇਰਾ ਜਨਮ ਮਰਨ
ਮੁੱਕ ਗਿਆ। ਗਾਂ ਦੀਆਂ ਕਿਹੜੀਆਂ ਗੱਲਾਂ, ਇੱਥੇ ਹੀ ਮੁੱਕ ਗਿਆ। ਇੱਥੇ ਬੁੱਝ ਹੈ। ਹੁਣ ਇਹ ਬੁੱਝਣ ਦੀ ਗੱਲ ਹੈ, ਆਪਣੇ ਆਪ ਨੂੰ ਜਾਣਨ ਦੀ। ਸੋ ਆਪ ਪਛਾਣੈ। ਜਿਹੜਾ ਬੁੱਝ ਜਾਂਦਾ, ਜਿਹੜਾ ਲੜ ਲੱਗ ਜਾਂਦਾ, ਜਿਹੜਾ ਧਰਮੀ ਬਣਦਾ, ਜਿਹੜਾ ਸਿੱਖ ਬਣਦਾ, ਉਹਦੀ ਨਿਸ਼ਾਨੀ ਕੀ ਹੈ? ਆਪ ਪਛਾਣੈ। ਉਹ ਆਪਣੇ ਆਪ ਨੂੰ ਪਛਾਣ ਲੈਂਦਾ। ਜਦੋਂ ਆਪਣੇ ਅੰਦਰ ਨੂੰ ਝਾਕਦਾ ਤਾਂ ਪਤਾ ਲੱਗਦਾ ਵੀ ਮੈਂ ਕਿਸੇ ਨੂੰ ਕੀ ਕਹਾਂ, ਮੇਰੇ ਅੰਦਰ ਤਾਂ ਕਿੰਨੇ ਦੋਖ ਆ, ਮੈਂ ਕਿੰਨਾ ਮੈਲਾ, ਮੇਰਾ ਮਨ ਕਿੰਨਾ ਮੈਲਾ, ਮੈਨੂੰ ਤਾਂ ਆਪ ਦਾ ਹੀ ਟਾਈਮ ਨਹੀਂ ਮਿਲਦਾ, ਆਪ ਦਾ ਹੀ ਸਵਾਰਾਂ ਪਹਿਲਾਂ ਮੈਂ। ਫਿਰ ਉਹ ਆਪਣੇ ਵੱਲ ਨੂੰ ਲੱਗ ਜਾਂਦਾ। ਆਪ ਸਵਾਰਾਂ ਮੈਂ ਮਿਲਿਆ ਸੁਖ ਹੋਏ, ਆਤਮਿਕ ਸੁਖ ਦੀ ਪ੍ਰਾਪਤੀ ਕਰ ਲੈਂਦਾ। ਹਰ ਪ੍ਰਭ ਹੈ ਤਿਸ ਘੇਰਾ, ਪ੍ਰਭੂ ਵਰਗੇ ਗੁਣ ਹੀ ਉਹ ਬੰਦੇ ਦੇ ਵਿੱਚ ਆ ਜਾਂਦੇ। ਹੁਣ ਗੁਰੂ ਸਾਹਿਬਾਨ ਦੇਖ ਲਈਏ, ਗੁਰੂ ਦੇ ਲੜ ਲਾਗੇ ਆਪਣੇ ਬਾਬਾ ਲਹਿਣਾ ਜੀ ਤੋਂ ਕੀ ਬਣ ਗਏ? ਗੁਰੂ ਵਰਗੇ ਹੀ ਬਣ ਗਏ। ਗੁਰੂ ਅੰਗਦ ਦੇਵ ਜੀ ਬਣ ਗਏ। ਤੇ ਸਿੱਖ ਵੀ ਦੇਖ ਲਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ 3 ਸਿੱਖ ਆ ਜਿਹੜੇ ਉਦੋਂ ਪਹਿਲਾਂ ਆਪਾ ਵਾਰ ਗਏ, ਗੁਰੂ ਵਰਗੇ ਹੀ ਬਣ ਗਏ। ਹੁਣ 5 ਪਿਆਰੇ ਕਹੇ ਜੇ ਬਣਾਏ ਸੀ ਗੁਰੂ ਵਰਗੇ ਹੀ। ਤੇ ਇਸ ਘੇਰਾ ਉਹੋ ਜਿਹੇ ਰੂਪ ਬਣ ਜਾਂਦਾ, ਸੱਚ ਦਾ ਰੂਪ ਹੀ, ਜਿਹੜਾ ਗੁਰਬਾਣੀ ਦੇ ਮੁਤਾਬਕ ਜਿਹਨੇ ਆਪਣੇ ਆਪ ਨੂੰ ਢਾਲ ਲਿਆ, ਉਹ ਚੰਗਾ ਸ਼ੁਭ ਗੁਣਾਂ ਦਾ ਬਣ ਜਾਂਦਾ ਭਾਈ। ਸ਼ੁਭ ਗੁਣਾਂ ਵਾਲਾ ਉਹ ਸਿੱਖ ਬਣ ਜਾਂਦਾ। ਬੜੀ ਉੱਚੀ ਅਵਸਥਾ ਸਿੱਖ ਦੀ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਸਤਿਗੁਰੂ ਸਦਾ ਦਿਆਲ ਆ। ਇਹ ਸਾਡੇ ਸਾਰਿਆਂ ਦੇ ਵਾਸਤੇ ਖਜ਼ਾਨਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਆ ਸਾਡੇ ਤੇ, ਪ੍ਰਮਾਤਮਾ ਵਾਹਿਗੁਰੂ ਨੇ। ਤੇ ਸਿੱਖਾਂ ਦੀਆਂ ਕੁਰਬਾਨੀਆਂ ਬਹੁਤ ਹੋਈਆਂ, ਇਹ ਗਿਆਨ ਸਾਡੇ ਤੱਕ ਪਹੁੰਚਿਆ ਭਾਈ। ਸਤਿਗੁਰੂ ਸਦਾ ਦਿਆਲ ਹੈ ਭਾਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਸਦਾ ਕਿਰਪਾ ਕਰਦੇ ਆ। ਅਸੀਂ ਕਿਰਪਾ ਲੈਣ ਵਾਲੇ ਤਾਂ ਬਣੀਏ, ਇਹੋ ਜਿਹਾ ਸਮਾਂ ਤਾਂ ਬਣਾਈਏ। ਬਾਹਰੋਂ ਔਰਾ ਵੀ ਬਣਨਾ ਚਾਹੀਦਾ ਨਾ, ਗੁਰੂ ਦੇ ਦੁਆਲੇ ਬੈਠੀਏ ਇਕੱਠੇ ਹੋ ਕੇ। ਕੋਈ ਸਮਾਂ ਨਿਸ਼ਚਿਤ ਹੋਵੇ ਕਿ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਨੂੰ ਹੀ ਇੱਥੇ ਇੰਨੀ ਗੱਲ ਇੰਨੇ ਸਮੇਂ ਦੇ ਵਿੱਚ ਸਮਝਣਾ, ਤੇ ਫਿਰ ਆ ਜਿਹੜਾ ਸਾਡੇ ਤੇ ਅਸਰ ਹੋਣਾ ਸ਼ੁਰੂ ਹੋ ਜਾਊਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ ਵਾਲੇ ਆ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਹੁਣ ਦੇਖੋ, ਇੱਥੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਦਿਆਲ ਆ। ਐਂ ਕਹਿ ਲਈਏ ਵੀ ਭੋਜਨ ਬਣਿਆ ਪਿਆ, ਸਾਰਾ ਕੁਝ ਤਿਆਰ ਆ, ਤੇ ਮਾੜੇ ਕਰਮਾਂ ਨਾਲ ਉੱਠ ਕੇ ਖਾ ਹੀ ਨਹੀਂ ਸਕਦਾ, ਕਹਿੰਦਾ ਮੇਰੇ ਮੂੰਹ 'ਚ ਪਵੇ। ਹੁਣ ਇੱਥੇ ਆ, ਬੀਬੀਆਂ ਨੇ ਤਿਆਰ ਕਰਤਾ, ਸਾਰਾ ਕੁਝ ਹੋ ਗਿਆ, ਬਸ ਇੱਕ ਛਕ ਨਹੀਂ ਸਕਦਾ, ਕਰਮ ਮਾੜੇ ਹੀ ਕਹਿ ਸਕਦੇ ਹਾਂ ਆਪਾਂ। ਤੇ ਸਾਡੇ ਕੋਲੇ ਗਿਆਨ ਦਾ ਖਜ਼ਾਨਾ 1430 ਅੰਗ, ਤੇ ਅਸੀਂ ਜੇ ਗੁਰਬਾਣੀ ਲੜ ਨਾ ਲੱਗੇ ਤੇ ਬਿਨ ਭਾਗਾਂ ਕਿਆ ਪਾਈਏ। ਭਾਗ ਮਾੜੇ ਹੀ ਹੈ ਭਾਈ। ਹੁਣ ਮਹਾਰਾਜ ਕਹਿੰਦੇ ਇੱਥੇ ਕਰਮ ਜੇ ਮੰਨਣੇ ਆ ਤਾਂ ਇੱਥੇ ਮੰਨ ਸਕਦੇ ਆ ਕਿ ਉਹ ਮਾੜੇ ਕਰਮਾਂ ਵਾਲੇ ਆ, ਜਿਹੜੇ ਸਮੁੰਦਰ ਦੇ ਨੇੜੇ ਪਹੁੰਚ ਕੇ ਵੀ ਧਿਆਏ ਮਰ ਜਾਂਦੇ ਹਨ। ਉਹ ਮਾੜੇ ਕਰਮ ਹੋਰ ਕੀ ਹੋ ਸਕਦੇ, ਜਦ ਤਾਂ ਪਾਣੀ ਹੋਵੇ ਹੀ ਨਾ। ਖਜ਼ਾਨਾ ਪਿਆ ਕਿੰਨਾ, ਜਾ ਕੇ ਦੂਜੇ ਪਾਸੇ ਇੱਧਰ ਉੱਧਰੋਂ ਪਿਆਸਾ ਮਨ ਮਰ ਜਾਂਦਾ। ਪਾਣੀ ਜਿਹੜਾ ਹੈ ਆਤਮਿਕ ਗਿਆਨ ਤੋਂ ਬਿਨਾਂ ਸਰੀਰ ਮਰ ਜਾਂਦਾ, ਬਾਹਰਲੇ ਪਾਣੀ ਤੋਂ ਬਿਨਾਂ। ਹੁਣ ਜੇ ਮੂੰਹ ਤੇ ਛਿੱਕੜੀ ਹੋਈ ਲੱਗੀ ਆ, ਉਹ ਛਿੱਕੜੀ ਨੂੰ ਲਾਉਣੀ ਹੈ, ਲਾਉਣਾ ਅਸੀਂ। ਉਹ ਕਰਮ ਕਾਂਡਾਂ ਨੂੰ, ਹਉਮੈ ਨੂੰ, ਉਹ ਸਾਡੇ ਉੱਪਰੋਂ ਲੈ ਜਾਣ, ਗੁਰੂ ਦੇ ਅੱਗੇ ਢਹਿ ਪਈਏ, ਤੇ ਸਾਡਾ ਇਹ ਜਿਹੜਾ ਹੈ ਭਾਗਾਂ ਵਾਲੇ ਬਣ ਸਕਦੇ ਆ। ਬਿਨ ਭਾਗਾਂ ਕਿਆ ਪਾਈਐ। ਮਹਾਰਾਜ ਸਮਝਾ ਰਹੇ ਹਨ, ਜੇ ਤਾਂ ਜੁੜ ਗਏ ਭਾਈ ਭਾਗਾਂ ਵਾਲੇ ਬਣਨੇ ਸ਼ੁਰੂ ਹੋ ਜਾਓਗੇ, ਨਾ ਜੁੜੇ ਤਾਂ ਬਿਨ ਭਾਗਾਂ ਰਹਿ ਗਏ, ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ, ਜੇਹਾ ਭਾਓ ਤੇਹਾ ਫਲ ਪਾਈਐ। ਉਹ ਪ੍ਰਮਾਤਮਾ ਵਾਹਿਗੁਰੂ ਦੀ ਇੱਕ ਨਜ਼ਰ ਆ ਸਾਰਿਆਂ ਦੇ ਉੱਪਰ, ਉਹ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ। ਇੱਕ ਓੰਕਾਰ ਪ੍ਰਮਾਤਮਾ, ਤੇ ਦੂਜਾ ਗੁਰੂ, ਗੁਰ ਪਰਮੇਸ਼ਰ ਇੱਕੋ ਜਾਣ, ਤੇ ਗੁਰੂ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਏਕ ਨਦਰ ਕਰ ਵੇਖੈ ਸਭ ਉੱਪਰ, ਸਾਰਿਆਂ ਨੂੰ ਇੱਕੋ ਜਿਹਾ ਗਿਆਨ ਦਿੱਤਾ ਜਾ ਰਿਹਾ। ਦੇਖੋ, ਜੇਹਾ ਭਾਓ ਤੇਹਾ ਫਲ ਪਾਈਐ। ਭਾਈ ਇੱਥੇ ਆ ਕੇ ਗੱਲ ਮੁੱਕਦੀ ਹੈ। ਭਾਉ ਦਾ ਅਰਥ ਆ ਪ੍ਰੇਮ। ਜਿਹੋ ਜਿਹਾ ਸਾਡਾ ਭਾਂਡਾ, ਜਿਹੋ ਜਿਹਾ ਭਾਂਡਾ ਖਿਲਾਰ ਲਾਂਗੇ, ਜਿਹੋ ਜਿਹਾ ਭਾਂਡਾ ਬਣਾ ਲਾਂਗੇ, ਜਿਹੋ ਜਿਹੀ ਸ਼ਰਧਾ ਬਣਾ ਲਾਂਗੇ, ਜਿਹੋ ਜਿਹੀ ਭਾਵਨਾ ਬਣਾ ਲਾਂਗੇ, ਤੇਹਾ ਫਲ ਪਾਈਏ। ਕਈ ਵਾਰੀ ਆਪਾਂ ਨੂੰ ਐਂ ਹੁੰਦਾ ਨਾ ਵੀ ਸਾਨੂੰ ਤਾਂ ਇੰਨਾ ਚਿਰ ਹੋ ਗਿਆ ਧਰਮੀ ਬਣਿਆ ਨੂੰ, ਤੇ ਫਲਾਨਾ ਹਲੇ ਕੱਲ੍ਹ ਬਣਿਆ, ਤੇ ਉਹ ਐਂ ਕਿਵੇਂ ਆ ਗੱਲ ਆ। ਅਸਲ ਜਿਹਾ ਭਾਉ ਤੇਹਾ ਫਲ ਪਾਈਐ। ਪ੍ਰਮਾਤਮਾ ਦੇ ਘਰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ, ਤੇ ਗੁਰੂ ਦੇ ਘਰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ। ਗੱਲ ਕੀ ਆ, ਅਸੀਂ ਸਾਰੇ ਕੁਝ ਨੂੰ ਛੱਡ ਕੇ ਗੁਰੂ ਤੋਂ ਗੁਰ ਪ੍ਰਸਾਦ ਪ੍ਰਾਪਤ ਕਰਨਾ। ਜੇ ਅਸੀਂ ਇਸ ਨੀਤੀ ਨਾਲ ਆਉਂਦੇ ਆ ਗੁਰੂ ਘਰਾਂ ਦੇ ਵਿੱਚ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਜੇ ਤਾਂ ਸੋਝੀ ਲੈਣ ਆਉਂਦੇ ਆ, ਅਕਲ ਲੈਣ ਆਉਂਦੇ ਆ, ਤਾਂ ਫਿਰ ਸਾਨੂੰ ਇਹ ਪ੍ਰਾਪਤ
ਹੋ ਸਕਦੀ ਹੈ ਤੇ ਅਕਲ ਦੇ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ। ਉਹਦੀ ਨਦਰ ਸਵੱਲੀ ਹੋ ਰਹੀ ਹੈ, ਉਹਦੀ ਕਿਰਪਾ ਹੋ ਰਹੀ ਹੈ, ਉਹਦੀ ਬਰਖਾ ਹੋ ਰਹੀ ਹੈ, ਗੁਰਪ੍ਰਸਾਦ ਦਿੱਤਾ ਜਾ ਰਿਹਾ। ਮਨੁੱਖ ਨੂੰ ਭਟਕਣਾ ਚੋਂ ਕੱਢਣ ਦਾ ਗਿਆਨ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ। ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਮਨੁੱਖ ਨੂੰ ਗਿਆਨ ਦਿੱਤਾ ਜਾ ਰਿਹਾ। ਮਨੁੱਖ ਆਪਣੀ ਹਉਮੈ ਦੇ ਕਾਰਨ ਨਹੀਂ ਸੁਣਦਾ ਤੇ ਨਹੀਂ ਮੰਨਦਾ ਤਾਂ ਇਸ਼ਨਾਨ ਨਹੀਂ ਹੁੰਦਾ, ਮਨ ਸਾਫ਼ ਨਹੀਂ ਹੁੰਦਾ ਤੇ ਮਨ ਭਟਕਣਾ ਦੇ ਵਿੱਚ ਪਿਆ ਰਹਿੰਦਾ। ਜਦੋਂ ਮਨ ਜੂਨੀਆਂ ਦੇ ਵਿੱਚੋਂ ਨਹੀਂ ਜਿੰਨਾ ਚਿਰ ਨਿਕਲਦਾ, ਉਦੋਂ ਬਾਅਦ ਸਥੂਲ ਜੂਨੀਆਂ ਕਿਵੇਂ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਆਪੋ ਆਪਣੇ ਜਿਹੜਾ ਹੈ ਸ਼ਰਧਾ ਦੇ ਮੁਤਾਬਕ ਫਲ ਪ੍ਰਾਪਤ ਹੁੰਦਾ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਨਾਨਕ ਨਾਮ ਵਸੈ ਮਨ ਅੰਤਰ। ਗੁਰੂ ਨਾਨਕ ਆਪਣੇ ਤੀਜੇ ਨਾਨਕ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਨਾਨਕ ਨਾਮ ਵਸੈ ਮਨ ਅੰਤਰ। ਮਨ ਦੇ ਅੰਦਰ ਨਾਮ ਵਸ ਜਾਂਦਾ ਹੈ। ਸ਼ਰਤ ਕੀ ਹੈ? ਢਿੱਡ ਭਰ ਜਾਂਦਾ ਹੈ। ਸ਼ਰਤ ਕੀ ਹੈ? ਰੋਟੀ ਖਾਣੀ ਪਊ, ਕੁਝ ਨਾ ਕੁਝ ਮੂੰਹ ਚੋਂ ਲੰਘਾਉਣਾ ਪਊ। ਤੇ ਇੱਧਰ ਸ਼ਰਤ ਹੈ ਇੱਕ, ਨਾਨਕ ਨਾਮ ਵਸੈ ਮਨ ਅੰਤਰ। ਮਨ ਦੇ ਅੰਦਰ ਨਾਮ ਵਸ ਜਾਂਦਾ ਹੈ। ਫਿਰ ਕਰਨਾ ਕੀ ਪਊ? ਵਿੱਚੋਂ ਆਪ ਗਵਾਈਏ। ਵਿੱਚੋਂ ਆਪਣੇ ਆਪ ਨੂੰ ਕੱਢ ਦੇ। ਆਪ ਤੋਂ ਭਾਵ ਹਉਮੈ ਨੂੰ ਮਾਰ ਦੇ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ। ਨਾਮ ਅੰਦਰ ਚਲਿਆ ਜਾਊ ਜੇ ਤੂੰ ਹਉਮੈ ਨੂੰ ਕੱਢ ਦੇਵੇਂ। ਹੁਣ ਹਉਮੈ ਦਾ ਢੱਕਣ ਲੱਗਿਆ ਹੋਇਆ, ਇਹਦਾ ਮਤਲਬ ਇੱਕ ਛੋਟੀ ਜਿਹੀ ਉਦਾਹਰਨ ਆਪਾਂ ਸਮਝ ਲਈਏ ਤੇ ਵੀ ਜਿਵੇਂ ਪਤੀਲੇ ਦਾ ਆਪਾਂ ਅੱਗ ਬਾਲ ਦਈਏ, ਥੱਲੇ ਅੱਗ ਬਾਲੀ ਚੱਲੀਏ ਟਾਈਮ ਲੱਗੂਗਾ। ਬੰਦ ਨਹੀਂ ਕਰਨੀ ਅੱਗ, ਠੰਡਾ ਨਹੀਂ ਕਰਨਾ, ਨਹੀਂ ਦੁਬਾਰੇ ਬਾਲਣੀ ਪਊਗੀ। ਲਗਾਤਾਰ ਬਾਲਦੇ ਜਾਈਏ ਇੱਕ ਸਮਾਂ ਆਏਗਾ ਉਹ 100 ਡਿਗਰੀ ਤੇ ਉੱਬਲਣ ਲੱਗ ਜੂ, ਭਾਫ ਬਣ ਜੂ। ਭਾਫ ਨਾਲ ਇੰਜਣ ਚੱਲੀ ਜਾਂਦੇ ਆ ਤੇ ਉਹ ਢੱਕਣ ਆ ਜਿਹੜਾ ਉਹ ਭਾਫ ਨਾਲ ਚੱਕਿਆ ਜਾਊ। ਉੱਤੋਂ ਜਿਹੜੀ ਵਰਖਾ ਹੋ ਰਹੀ ਹੈ ਉਹ ਪਤੀਲੇ 'ਚ ਪੈ ਜੂ, ਭਾਂਡੇ 'ਚ ਪੈ ਜੂ। ਹੁਣ ਇਹ ਬਾਹਰਲੀ ਉਦਾਹਰਨ ਆ। ਹੁਣ ਅਸੀਂ ਜੇ ਆਪਣੇ ਮਨ ਰੂਪੀ ਭਾਂਡੇ ਨੂੰ ਸਵਾਰਨ ਦਾ ਤਾ ਦੇਈ ਚੱਲੀਏ, ਗੁਰੂ ਨਾਲ ਜੁੜੀ ਜਾਈਏ, ਗੁਰਬਾਣੀ ਨੂੰ ਪੜ੍ਹੀ ਜਾਈਏ, ਸੁਣੀ ਜਾਈਏ, ਸਮਝੀ ਜਾਈਏ, ਆਪਣੇ ਆਪ ਤੇ ਢੁਕਾਈ ਚੱਲੀਏ, ਆਪਣੇ ਆਪ ਨੂੰ ਜਿਹੜਾ ਹੈ ਨਾਮ ਦੇ ਨਾਲ ਜੋੜ ਦਈਏ, ਆਤਮ ਗਿਆਨ ਦੇ ਨਾਲ ਜੋੜ ਦਈਏ, ਸਾਡੇ ਅੰਦਰ ਉਹ ਇੰਨਾ ਜਾਣੀ ਪੈਦਾ ਹੋ ਜਾਵੇ ਕਿ ਹਉਮੈ ਦਾ ਢੱਕਣ ਖਤਮ ਹੋ ਜਾਵੇ। ਜਿੱਦਾਂ ਹਉਮੈ ਦਾ ਢੱਕਣ ਚੱਕਿਆ ਗਿਆ ਉਦੋਂ ਵਰਖਾ ਹੋ ਰਹੀ ਹੈ, ਗੁਰਪ੍ਰਸਾਦ ਦਿੱਤਾ ਜਾ ਰਿਹਾ। ਉਦੋਂ ਬਹੁਤੇ ਕੰਮਾਂ ਦੀ ਲੋੜ ਨਹੀਂ, ਸਿੱਧੀਆਂ ਜੀਆਂ ਗੱਲਾਂ ਹੀ ਸਮਝ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਹ ਜਿਹੜਾ ਉਹ ਸਮਾਂ ਆਉਣਾ, ਇਹ ਜੀਵ ਆਪਣੇ ਆਪ ਤੇ ਆਪ ਕਰ ਸਕਦਾ। ਗੁਰਬਾਣੀ ਦਾ ਫਰਮਾਨ ਆ, ਆਪ ਜਿਹੜਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰਿਆ। ਇਹ ਮਨੁੱਖ ਆਪਣੇ ਆਪ ਖੁਦ ਹਾਜ਼ਰ ਹੋਣਾ ਪੈਣਾ ਨਾ, ਇੱਥੇ ਖੁਦ ਹਾਜ਼ਰ ਹੋਣਾ ਪੈਣਾ। ਜੇ ਮਨ ਨੇ ਛਕਣਾ ਫਿਰ ਮਨ ਨੂੰ ਹਾਜ਼ਰ ਕਰਨਾ, ਫਿਰ ਇਹ ਗਿਆਨ ਸੁਣਨਾ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰ ਹੀ ਇਸ਼ਨਾਨ ਹੋ ਜਾਣਾ। ਤੇ ਇੱਕ ਸਿੱਖ ਦੀ ਅਵਸਥਾ ਅੱਜ ਆਪਾਂ ਨੂੰ ਸਮਝਾਈ ਹੈ ਕਿ ਇੱਕ ਸਿੱਖ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ, ਉਹਦੇ ਬੰਧਨ ਸਾਰੇ ਕੱਟੇ ਜਾਂਦੇ ਆ ਤੇ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਜਿਹੜਾ ਗੁਣ ਆ ਉਹਦੇ ਅੰਦਰੋਂ ਪ੍ਰਗਟ ਹੋ ਜਾਂਦੇ ਆ, ਰੱਬ ਦਾ ਰੂਪ ਹੀ ਬਣ ਜਾਂਦਾ। ਇਹੋ ਜਿਹੇ ਗੁਰੂ ਦੇ ਸਿੱਖਾਂ ਨੂੰ ਨਮਸਕਾਰ ਆ। ਸੋ ਗੁਰਬਾਣੀ ਲੜ ਲੱਗੀਏ, ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ। ਇਹ ਬਹੁਤ ਵੱਡਾ ਖਜ਼ਾਨਾ। ਇਸ ਖਜ਼ਾਨੇ ਦੇ ਨਾਲ ਅਸੀਂ ਆਪ ਵੀ ਜੁੜਨਾ ਤੇ ਆਪਣੇ ਬੱਚਿਆਂ ਨੂੰ ਵੀ ਜੋੜਨਾ। ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।